मैं पार्लीमेंट 'ਚ ਇਹ ਗੱਲ ਕਹੀ ਰਾਸ਼ਟਰਪਤੀ ਦੇ ਮੂਹਰੇ ਪ੍ਰਧਾਨ ਮੰਤਰੀ ਦੇ ਵੀ ਸਾਨੂੰ ਸਭ ਤੋਂ ਪਹਿਲਾਂ ਤਿਰੰਗਾ ਏ, ਦੇਸ਼ ਤੋਂ ਵੱਡਾ ਕੋਈ ਚੀਜ਼ ਨਹੀਂ ਗੀ। ਤੇ ਇਹ ਤਾਂ ਭੇੜੀਏ ਸੀਗੇ ਜਿਹੜੇ ਏਜੰਡੇ ਤੇ ਗੱਲ ਹੁੰਦੀ ਸੀ, ਕਲੌਜ਼ ਬਾਈ ਕਲੌਜ਼ ਗੱਲ ਹੁੰਦੀ ਸੀ, ਰੋਜ਼ ਸਰਕਾਰ ਆਪ ਮੰਨਦੀ ਸੀ ਵੀ ਸਾਤੋਂ ਇਹ ਗਲਤੀ ਹੋ। ਅੱਜ ਜਿਹੜਾ ਗਰੀਬ ਆਦਮੀ ਆ ਉਹਨੂੰ ਪੁੱਛੋ ਤਾਂ ਸਹੀ ਉਹਦੀ ਦਾਲ ਕਿੰਨੀ ਮਹਿੰਗੀ ਹੋਣੀ ਆ, ਆਟਾ ਕਿੰਨਾ ਮਹਿੰਗਾ ਹੋਣਾ, ਨੂਣ ਮਿਰਚ ਮਸਾਲਾ ਕਿੰਨਾ ਮਹਿੰਗਾ ਹੋਣਾ। ਇਹ ਦੁੱਖ ਸਾਰਿਆਂ ਨੂੰ ਝੱਲਣਾ ਪੈਣਾ। ਅਖੀਰ 'ਚ ਤਾਂ ਇਹ ਹੋਇਆ ਵੀ ਸਰਕਾਰ ਕਹਿੰਦੀ ਵੀ ਸਾਨੂੰ ਆ ਖਾਲੀ ਡੱਬਾ ਰਹਿਣ ਦਿਓ, ਬਾਕੀ ਸਾਰਾ ਸਮਾਨ ਇਹ 'ਚ ਬਦਲ ਦਿਓ, ਵੀ ਸਾਡੀ ਇੱਜ਼ਤ ਰੱਖ ਲਓ। ਗੱਲ ਇੰਨੀ ਕੀ ਰਹਿ ਗਈ ਸੀ। ਉਹਨਾਂ ਨੂੰ ਬਜ਼ੁਰਗਾਂ ਨੂੰ ਕੋਈ ਫਰਕ ਨਹੀਂ ਗਾ, ਕੋਈ 80 ਸਾਲ ਦਾ, ਕੋਈ 75 ਸਾਲ ਦਾ, ਤੇ ਪਰਚਿਆਂ ਨਾਲ ਕੀ ਹੋ ਜਾਊਗਾ। ਉਦੋਂ ਵੱਧ ਆ ਦੇਖ ਲਓ ਗਾਜੀ ਜਦੋਂ ਕੋਸ਼ਿਸ਼ ਕੀਤੀ ਫੜਨ ਦੀ ਟਕੈਤ ਸਾਹਿਬ ਨੂੰ, ਤੇ ਕੀ ਹਾਲ ਹੋਇਆ, ਸਾਰਾ ਯੂਪੀ ਆ ਗਿਆ ਕਿ ਨਾ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਰਜਿੰਦਰ ਅਰੋੜਾ। ਅੱਜ ਦਿੱਲੀ ਦੇ ਜੰਤਰ ਮੰਤਰ ਵਿਖੇ ਜਿੱਥੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਪਿਛਲੇ 2 ਮਹੀਨਿਆਂ ਤੋਂ ਇੱਥੇ ਪੱਕਾ ਮੋਰਚਾ ਲਗਾ ਕੇ ਧਰਨਾ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਖਿਲਾਫ। ਸੋ ਸਭ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਕਿ ਹਾਲੇ ਵੀ ਜਿਹੜੇ ਇੱਥੇ ਰਵਨੀਤ ਸਿੰਘ ਬਿੱਟੂ ਸਾਹਿਬ ਹੋਰ ਜਿਹੜੇ ਵਿਧਾਇਕ ਹੈਗੇ ਨੇ ਜਾਂ MPs ਹੈਗੇ ਨੇ, ਉਹ ਇਸ ਧਰਨੇ ਦੇ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਨੇ। ਔਰ ਇਹ ਵੀ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ ਹੈ, ਸੋ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਸੇ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਇੱਥੇ ਬੈਠੇ ਹੋਏ ਨੇ। ਉਹਨਾਂ ਦੇ ਵੱਲੋਂ ਵੀ ਐਜੀਟੇਸ਼ਨ ਜਿਹੜਾ ਆ ਉਹ ਕੀਤਾ ਜਾ ਰਿਹਾ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸੋ ਲੰਬੇ ਸਮੇਂ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜੀ ਨੇ। ਬਿੱਟੂ ਜੀ, ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਐਜੀਟੇਸ਼ਨ ਚੱਲ ਰਿਹਾ ਕਿਸਾਨਾਂ ਦਾ, ਸਥਿਤੀ ਕੀ ਦੇਖਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਕਿਸਾਨ ਵੀ ਡਟੇ ਹੋਏ ਨੇ, ਤੁਸੀਂ ਵੀ ਡਟੇ ਹੋਏ ਹੋ, ਕਿਸ ਤਰੀਕੇ ਨਾਲ ਦੇਖਦੇ ਹੋ ਸਥਿਤੀ? ਦੇਖੋ, ਇਤਿਹਾਸ 'ਚ ਐਡੂ ਵੱਡਾ ਤਾਂ ਕੋਈ ਐਜੀਟੇਸ਼ਨ ਹੋ ਹੀ ਨਹੀਂ ਸਕਦਾ, ਕਿਉਂਕਿ ਦੇਖੋ ਜੇ ਗਿਣੀਏ ਤਾਂ ਇਸ ਵੇਲੇ 25 ਲੱਖ ਬੰਦਾ ਟੀਕਰੀ ਤੇ ਸ਼ੰਭੂ ਬੈਠਾ, 10 ਲੱਖ ਬੰਦਾ ਕੱਲ੍ਹ ਦਾ ਗਾਜ਼ੀਪੁਰ 'ਚ ਆ ਗਿਆ, ਤੇ ਇੰਨਾ ਬੰਦਾ ਜੇ ਤੁਸੀਂ 60 ਦਿਨਾਂ 'ਚ ਲਾਓ, ਮੈਂ ਸਮਝਦਾ 50 ਲੱਖ ਬੰਦਾ ਹੋਰ ਰੋਟੇਟ ਕਰ ਗਿਆ ਉਹ, ਜਿਹੜਾ ਆਇਆ ਗਿਆ ਚਲਾ ਗਿਆ ਚਲਾ। ਇਸ ਕਰਕੇ 3 ਕਰੋੜ ਤਾਂ ਪੰਜਾਬ ਦੀ ਆਬਾਦੀ ਆ, ਸਾਰੇ ਬਾਹਰ ਵੀ ਅੰਦਰ ਵੀ, ਤੇ ਜੇ 25 ਲੱਖ ਬੰਦਾ ਬੈਠਾ, ਤੁਸੀਂ ਅੰਦਾਜ਼ਾ ਲਾਓ ਵੀ ਹਰ ਘਰ ਦਾ ਹੀ ਇੱਕ ਬੰਦਾ ਬੈਠਾ। ਉਦੋਂ ਬਾਅਦ ਤੁਸੀਂ ਮੈਂ ਅੱਜ ਸਾਨੂੰ ਜਿਹੜਾ ਸਾਡਾ ਲੱਗਿਆ ਏ, ਇਹ 55 ਦਿਨ ਹੋ ਗਏ ਸਾਨੂੰ ਦਿੱਲੀ ਦੇ ਅੰਦਰ ਬੈਠੇ ਹੋ, ਦਿੱਲੀ ਦੇ ਬਾਹਰ ਬੈਠੇ ਆ, ਦਿੱਲੀ ਦੇ ਅੰਦਰ ਬੈਠੇ ਆ, ਫਰਕ ਇੰਨਾ ਹੀ ਆ। ਤੇ ਉਰੇ ਵੀ ਤਕਰੀਬਨ ਮੈਂ ਜੇ ਘੱਟ ਤੋਂ ਘੱਟ ਕਵਾਂ ਤਾਂ ਜੇ ਰੋਜ਼ ਦਾ 100-150 ਬੰਦਾ ਰੋਜ਼ ਦਾ ਉਰੇ ਵੀ ਆਉਣ ਜਾਣ ਰਹਿੰਦੀ ਆ। ਤੇ ਕਿਉਂਕਿ ਉਰੇ ਦਫਾ 44 ਲਾ ਕੇ ਰੱਖਦੇ ਆ, 5 ਬੰਦਿਆਂ ਤੋਂ ਵੱਧ ਆ। ਵੀ ਧਰਨਾ ਚੁਕਾਉਣ ਦੀ ਕੋਸ਼ਿਸ਼ ਕੀਤੀ, ਕਈ ਵਾਰੀ ਪੁਲਿਸ ਨੇ ਇੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਡਟੇ ਰਹੇ ਹੋ। ਨਾਲ ਤੁਹਾਡੇ MP ਔਜਲਾ ਜੀ, ਜੀਰਾ ਸਾਹਿਬ ਨੇ ਲਗਾਤਾਰ ਜਿਹੜਾ ਵਿਰੋਧ ਜਤਾਇਆ ਗਿਆ। ਸੋ ਅੱਜ ਅਗਰ ਗੱਲ ਕਰੀਏ ਤਾਂ ਅੱਜ ਵੀ ਤੁਹਾਡਾ ਪ੍ਰਦਰਸ਼ਨ ਇੱਥੇ ਜਾਰੀ ਹੈ। ਸੋ ਕਿਸਾਨ ਵੀ ਡਟੇ ਹੋਏ ਨੇ, ਤੁਸੀਂ ਵੀ ਡਟੇ ਹੋਏ ਹੋ। ਕੀ ਲੱਗਦਾ ਤੁਹਾਨੂੰ, ਜਿਸ ਤਰੀਕੇ ਨਾਲ ਕਈ ਬੈਠਕਾਂ ਵੀ ਹੋ ਚੁੱਕੀਆਂ, ਕੋਈ ਸਿੱਟਾ ਨਹੀਂ ਨਿਕਲ ਕੇ ਸਾਹਮਣੇ ਆ ਰਿਹਾ? ਦੇਖੋ, ਬਹੁਤ ਵਧੀਆ 11 ਬੈਠਕਾਂ ਹੋਈਆਂ, ਜਿਹਦੇ ਵਿੱਚ ਹਰ ਰੋਜ਼ ਸਰਕਾਰ ਆ ਉਹ ਪਿੱਛੇ ਹਟਦੀ ਗਈ। ਰੋਜ਼ ਕੋਈ ਨਾ ਕੋਈ ਜਿਹੜੇ ਏਜੰਡੇ ਤੇ ਗੱਲ ਹੁੰਦੀ ਸੀ, ਕਲੌਜ਼ ਬਾਈ ਕਲੌਜ਼ ਗੱਲ ਹੁੰਦੀ ਸੀ, ਰੋਜ਼ ਸਰਕਾਰ ਆਪ ਮੰਨਦੀ ਸੀ ਵੀ ਸਾਤੋਂ ਇਹ ਗਲਤੀ ਹੋ ਗਈ। ਅਖੀਰ 'ਚ ਤਾਂ ਇਹ ਹੋਇਆ ਵੀ ਸਰਕਾਰ ਕਹਿੰਦੀ ਵੀ ਸਾਨੂੰ ਆ ਖਾਲੀ ਡੱਬਾ ਰਹਿਣ ਦਿਓ, ਬਾਕੀ ਸਾਰਾ ਸਮਾਨ ਇਹ 'ਚ ਬਦਲ ਦਿਓ, ਵੀ ਸਾਡੀ ਇੱਜ਼ਤ ਰੱਖ ਲਓ। ਗੱਲ ਇੰਨੀ ਕੀ ਰਹਿ ਗਈ ਸੀ। ਉਦੋਂ ਬਾਅਦ ਪ੍ਰੋਗਰਾਮ ਜਿਹੜਾ 26 ਨੂੰ ਦਿੱਤਾ, 26 ਦੇ ਵਿੱਚ ਮੈਂ ਸਮਝਦਾ ਤਕਰੀਬਨ 7 ਤੋਂ 8 ਲੱਖ ਟਰੈਕਟਰ ਸੀਗਾ, ਜਿਹੜਾ ਜਿੱਥੇ ਤੇ ਕਿਸਾਨ ਜਥੇਬੰਦੀਆਂ ਨੇ ਰੂਟ ਮੈਪ ਦਿੱਤਾ ਸੀ। ਹੁਣ ਇੰਨਾ ਵਧੀਆ ਪ੍ਰੋਗਰਾਮ, ਇੰਨਾ ਸ਼ਾਂਤੀਮਈ ਐਜੀਟੇਸ਼ਨ ਚੱਲਦਾ, ਤੇ ਉਹਦੇ ਵਿੱਚ ਫਿਰ ਕਈ ਖਰਾਬੀਆਂ ਜਿਹੜੀਆਂ ਉਹ, ਕਿਉਂਕਿ ਸਰਕਾਰ ਬੇਜਿੱਦ ਅੜੀ ਹੋਈ ਆ ਵੀ ਅਸੀਂ ਇਹ ਕਾਨੂੰਨ ਵਾਪਸ ਨਹੀਂ ਲੈਣੇ, ਕਿਉਂਕਿ ਅਡਾਨੀ ਅੰਬਾਨੀ ਇਹੋ ਜਿਹੇ ਹੋਰ 500 ਬੰਦੇ, ਐਡਾ ਵੱਡਾ ਪ੍ਰੈਸ਼ਰ ਆ ਉਹਨਾਂ 'ਤੇ ਵੀ ਉਹਨਾਂ ਨੇ ਚਾਹੇ 24 ਨੂੰ ਇੱਕ ਸਾਡਾ ਪ੍ਰੋਗਰਾਮ ਸੀ ਕਿਸੇ, ਉੱਥੇ ਜਾ ਕੇ ਸਾਡੇ 'ਤੇ ਹਮਲਾ ਕਰਾਇਆ, ਬੜੀ ਭਾਰੀ ਉੱਥੇ ਕੁੱਟਮਾਰ ਹੋਈ, ਤੁਹਾਡੇ ਮੂਹਰੇ ਚੈਨਲਾਂ 'ਤੇ ਸਾਰੀ ਆਈ। ਉਹ ਅੰਦਾਜ਼ਾ 24 ਨੂੰ ਹੀ ਹੋ ਗਿਆ ਸੀ ਵੀ ਹੁਣ ਸਰਕਾਰ RSS ਕਿੱਧਰ ਨੂੰ ਚੱਲਣ ਲੱਗੀ ਆ। ਉਦੋਂ ਬਾਅਦ ਉਹਨਾਂ ਤੋਂ ਤਾਂ ਇਹ ਠੀਕ ਐਡਾ ਵੱਡਾ ਲੋਕਾਂ ਦਾ ਇਕੱਠ ਸੀ, ਹਿੰਦੂ ਸਿੱਖ ਮੁਸਲਿਮ ਈਸਾਈ। ਉਦੋਂ ਬਾਅਦ ਹਰੇਕ ਸਟੇਟ ਆਪਣਾ ਰੋਲ ਅਦਾ ਕਰ ਰਹੀ ਸੀ। ਉਹਨਾਂ ਨੇ ਜੋ 26 ਨੂੰ ਕੀਤਾ, ਨਾ ਤਾਂ ਕਿਸੇ ਕਿਸਾਨ ਦਾ ਏਜੰਡਾ ਸੀ,
ਨਾ ਕਿਸੇ ਮਜ਼ਦੂਰ ਦਾ ਏਜੰਡਾ ਸੀ, ਨਾ ਕਿਸੇ ਨੇ ਕਿਲੇ ਤੇ ਆਉਣ ਦੀ ਗੱਲ ਕੀਤੀ। ਉਹ ਬੰਦੇ ਕਿਤੋਂ ਨਾ ਕਿਤੋਂ ਇਹਨਾਂ ਨੇ ਉਹ ਪੈਦਾ ਕੀਤੇ। ਮੈਂ ਜਿਵੇਂ ਪਹਿਲਾਂ ਹੀ ਬੋਲ ਕੇ ਦੱਸਤਾ ਸੀ, ਤੀਜੇ ਦਿਨ ਹੀ ਵੀ ਉਹ ਬੰਦਾ ਇੱਥੇ ਵਿੱਚ ਆ ਚੁੱਕਿਆ, ਜਿਹੜਾ ਸਨੀ ਦਿਓਲ ਦੀ ਸੱਜੀ ਮਾਂ RSS ਦਾ ਬੰਦਾ। ਤੇ ਇੱਥੇ ਉਹਨੇ ਖਰਾਬ ਇਹ ਗੱਲ ਕਰਨੀ ਉਹ ਸਿੱਧਾ ਮਾਸਟਰਮਾਈਂਡ ਉੱਤੇ ਜਿਹੜੇ ਬੈਠੇ ਆ ਖਾਲਿਸਤਾਨੀ ਉਹਨਾਂ ਨਾਲ ਰਲਿਆ। ਚਲੋ ਉਹਦਾ ਇੱਕ ਸੈਟਬੈਕ ਬੜਾ ਵੱਡਾ ਤੁਹਾਡਾ ਵਿਰੋਧ ਹੋਇਆ ਸੀ, ਤੁਸੀਂ ਫਿਰ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਕਿਉਂਕਿ ਤੁਸੀਂ ਉਧਰ ਤਾਂ ਕਹਿ ਰਹੇ ਹੋ ਕਿ BJP ਦੇ ਵੱਲੋਂ ਇਹ ਜਿਹੜਾ ਕੰਮ ਸਾਰਾ ਕਰਵਾਇਆ ਗਿਆ, ਤੁਸੀਂ ਜਿਹੜਾ ਤੁਹਾਡਾ ਵਿਰੋਧ ਆਇਆ ਉਹਨੂੰ ਵਿਰੋਧ ਤਾਂ ਛੋਟੀ ਗੱਲ ਆ। ਵਿਰੋਧ ਤਾਂ ਹੋ ਜੇ ਤਾਂ ਵਿਰੋਧ ਤਾਂ ਹਰੇਕ ਦਾ ਹੀ ਹੁੰਦਾ। ਇੱਥੇ ਤਾਂ ਵਿਰੋਧ ਨਹੀਂ, ਇੱਥੇ ਤਾਂ ਮਾਰਨ ਦੀ ਗੱਲ ਹੋਈ ਆ। ਇਹ ਤੁਸੀਂ ਇਹ ਵਿਰੋਧ ਤਾਂ ਨਾਅਰਿਆਂ ਨਾਲ ਹੁੰਦਾ, ਝੰਡਿਆਂ ਨਾਲ ਹੁੰਦਾ। ਇਹ ਤਾਂ ਕਿਰਪਾਨਾਂ ਨਾਲ, ਡਾਂਗਾਂ ਨਾਲ, ਬਰਛਿਆਂ ਨਾਲ, ਇਹ ਤਾਂ ਪਿਸਤੌਲਾਂ ਨਾਲ ਆਪਣੇ ਆਪ ਤੁਸੀਂ ਉੱਥੇ ਵੀਡੀਓ ਦੇਖ ਲਓ। ਇਹ ਵਿਰੋਧ ਥੋੜ੍ਹੀ ਆ, ਇਹ ਤਾਂ ਨਿਹੱਤਿਆਂ ਨੂੰ ਮਾਰਨ ਦੀ। ਮੈਂ ਤਾਂ ਇਹੀ ਗੱਲ ਕਹਿ ਰਿਹਾ ਵੀ RSS ਤੇ ਖਾਸ ਤੌਰ ਤੇ ਜਿਹੜੇ ਖਾਲਿਸਤਾਨੀ ਨੇ ਉਹ ਇਸ ਗੱਲ ਨੂੰ ਇਕੱਠੇ ਹੋ ਕੇ ਇਹਨਾਂ ਨੇ ਉਹਨਾਂ ਤੋਂ ਇੰਪਲੀਮੈਂਟ ਕਰਾਇਆ। ਇਹਦੇ ਵਿੱਚ ਅਲੱਗ-ਅਲੱਗ ਗੱਲਾਂ ਸਾਹਮਣੇ NIA ਇਨਵੈਸਟੀਗੇਟ ਕਰ ਰਹੀ ਆ। ਹੁਣ ਉਹਨਾਂ ਨੂੰ ਸੇਫ ਪੈਸੇਜ ਦਿੱਤਾ। ਨਹੀਂ ਤੁਸੀਂ ਮੈਨੂੰ ਦੱਸੋ, ਉਸ ਬੰਦੇ ਤੇ ਅੱਜ 20 ਦਿਨ ਹੋ ਗਏ FIR ਦਰਜ ਕੀਤੀ ਨੂੰ, NIA ਨੇ ਆਪ ਇਹਨਾਂ ਨੇ ਦਰਜ ਕੀਤੀ, ਤੇ ਉਹ ਤਾਂ ਕਿਤੇ ਗਿਆ ਹੀ ਨਹੀਂ, ਉਰੇ ਹੀ ਫਿਰਦਾ ਸੀ। ਉਹਨੂੰ ਕਿਉਂ ਨਾ ਫੜਿਆ? ਪਰ ਕਿਸਾਨਾਂ ਦੇ ਮਾਮਲੇ ਦਰਜ ਹੋ ਗਏ ਨੇ ਜੀ। ਚਲੋ ਉਹ ਤਾਂ ਤੁਹਾਨੂੰ ਮੈਂ ਦੱਸੀ ਤਾਂ ਜਾਨਾ ਨਾ ਵੀ ਇਹਨਾਂ ਨੇ ਸਾਰਾ ਕੁਝ ਇਹ ਕਰਾ ਕੇ ਐਜੀਟੇਸ਼ਨ ਨੂੰ ਫੇਲ ਕਰਨਾ ਸੀ। ਉਹਨਾਂ ਦੇ ਪਰਚੇ ਤਾਂ ਜੋੜੇ ਆ। ਉਹ ਉਹਨਾਂ ਨੂੰ ਬਜ਼ੁਰਗਾਂ ਨੂੰ ਕੋਈ ਫਰਕ ਨਹੀਂਗਾ, ਕੋਈ 80 ਸਾਲ ਦਾ, ਕੋਈ 75 ਸਾਲ ਦਾ, ਤੇ ਪਰਚਿਆਂ ਨਾਲ ਕੀ ਹੋ ਜਾਊਗਾ? ਉਦੋਂ ਵੱਧ ਆ ਦੇਖ ਲਓ ਗਾਜੀ, ਜਦੋਂ ਕੋਸ਼ਿਸ਼ ਕੀਤੀ ਫੜਨ ਦੀ ਟਕੈਤ ਸਾਹਿਬ ਨੂੰ, ਤੇ ਕੀ ਹਾਲ ਹੋਇਆ? ਸਾਰਾ UP ਆ ਗਿਆ ਕਿ ਨਾ? ਤੇ ਜੇ ਇਹਨਾਂ ਨੂੰ ਇਹੋ ਜਿਹੀ ਗੱਲ ਕਰਨਗੇ ਤੇ ਫਿਰ ਹੋਰ ਇੱਥੇ ਜਿਹੜਾ ਪੰਜਾਬ ਸਾਰੇ ਘਰ ਛੱਡ ਕੇ ਇੱਥੇ ਪਹੁੰਚ ਜਾਣਗੇ। ਇਸ ਕਰਕੇ ਹੁਣ ਸੈਸ਼ਨ ਚੱਲ ਰਿਹਾ, ਹੁਣ ਸਾਡੀ ਜ਼ਿੰਮੇਵਾਰੀ ਆ। ਹੁਣ ਅਸੀਂ ਸੈਸ਼ਨ ਕਦੇ ਮੌਕਾ ਨਹੀਂ ਮਿਲਦਾ। ਕੱਲ ਰਾਸ਼ਟਰਪਤੀ, ਮੈਂ ਪੋਲੀਟੀਕਲ ਗੱਲ ਕਰਨੀ ਨਹੀਂ ਚਾਹੁੰਦਾ, ਪਰ ਕਰੀਏ ਕੀ? ਜਿਹੜੇ ਆਮ ਆਦਮੀ ਵਾਲੇ ਭਾਸ਼ਣ ਦਿੰਦੇ ਆ ਬੜੇ-ਬੜੇ, ਅਕਾਲੀ ਦਲ ਵਾਲੇ ਭਾਸ਼ਣ ਦਿੰਦੇ ਆ ਬੜੇ-ਬੜੇ। ਕੱਲ ਜਦੋਂ ਪਹਿਲੀ ਵਾਰ ਰਾਸ਼ਟਰਪਤੀ ਸਿਰਫ ਸਾਲ 'ਚ ਇੱਕ ਵਾਰ ਬਜਟ ਸੈਸ਼ਨ ਤੇ ਇਕੱਠੇ ਹੁੰਦੇ ਆ, ਰਾਸ਼ਟਰਪਤੀ ਭਾਸ਼ਣ ਜਿੱਦਣ ਜੁਆਇੰਟ ਪਾਰਲੀਮੈਂਟ ਸੈਸ਼ਨ ਉਹਨਾਂ ਨੇ ਐਡਰੈਸ ਕਰਨਾ ਹੁੰਦਾ, ਆਨਰੇਬਲ ਰਾਸ਼ਟਰਪਤੀ ਨੇ, ਜਿਹਦੇ ਵਿੱਚ ਰਾਜ ਸਭਾ ਤੇ ਲੋਕ ਸਭਾ ਇਕੱਠੀ ਬਹਿੰਦੀ ਆ। ਤੇ ਪਰ ਕੱਲ ਜਦੋਂ ਬੋਲਣ ਦੀ ਵਾਰੀ ਆਈ ਮੂਹਰੇ, ਉੱਥੇ ਨਾ ਸੁਖਬੀਰ ਬਾਦਲ ਅੰਦਰ ਵੜਿਆ, ਨਾ ਭਗਵੰਤ ਮਾਨ ਦਰਵਾਜ਼ਿਆਂ 'ਚ ਆਪਣੇ ਆਪ ਨੂੰ ਲੋਟ ਪੋਟਣੀਆਂ ਖਾਂਦੇ ਰਹੇ ਸੰਜੇ ਤੇ ਬਾਹਰ ਸੁਖਬੀਰ ਸਿੰਘ ਬਾਦਲੋਂ ਪਰਚੀ ਜੀ ਇੱਕ ਚੱਕੀ ਖੜਾ ਰਿਹਾ, ਤੇ ਇਕੱਲਾ ਮੈਂ ਰਹਿ ਗਿਆ ਅੰਦਰ ਨਾਅਰੇਬਾਜ਼ੀ ਕਰਨ ਨੂੰ, ਰੌਲਾ ਪਾਉਣ ਨੂੰ। ਕਿਉਂਕਿ ਉੱਥੇ ਇਹ ਕਿਹਾ ਜਾ ਰਿਹਾ ਸੀ ਵੀ ਕਿਸਾਨੀ ਬਿੱਲ ਬੜੇ ਚੰਗੇ ਆ, ਤੇ 26 ਨੂੰ ਜੋ ਕੀਤਾ ਉਹ ਬੜਾ ਮਾੜਾ। ਮੈਂ ਕਿਹਾ 26 ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫੜੋ। ਅਸੀਂ ਤਿਰੰਗੇ ਤੋਂ ਇਲਾਵਾ ਤੁਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ MP ਰਾਜ ਸਭਾ ਮੈਂਬਰ ਤੋਂ ਇਲਾਵਾ ਹੋਰ ਵੀ ਕਾਂਗਰਸ ਪਾਰਟੀ ਦੇ MPs ਹੈਗੇ ਨੇ, ਅਗਰ ਹਿਮਾਇਤ ਕਰ ਰਹੇ ਨੇ ਕਿਸਾਨਾਂ ਦੇ ਕਿ ਬਿੱਲ ਰੱਦ ਕਰਵਾਉਣੇ ਨੇ। ਬਾਕੀ ਵੀ MPs ਸੀਗੇ, ਬਾਕੀ ਸਟੇਟਾਂ ਦੇ ਵੀ ਸੀਗੇ। ਕਿ ਲੱਗਦਾ ਨਹੀਂ ਤੁਹਾਨੂੰ ਉਹਨਾਂ ਨੂੰ ਵੀ ਨਾਲ ਆ ਕੇ ਖੜਨਾ ਚਾਹੀਦਾ ਸੀ, ਵਿਰੋਧ ਜਤਾਉਣਾ ਚਾਹੀਦਾ ਸੀ? ਮੈਂ ਜੀ ਜਿਹੜੇ ਅਸੀਂ ਬੈਠੇ ਸੀ ਉਹਨਾਂ ਨੇ ਸਾਨੂੰ ਨਾਮ ਮਿਲ ਗਿਆ ਜਿਹੋ ਜਿਹਾ ਉਹ ਦੇਤਾ, ਤੇ ਬਾਕੀ ਵਧੀਆ ਜਿਹੜੇ ਘਰਾਂ 'ਚ ਬੈਠੇ MLA MP ਬੈਠੇ ਆ ਵਧੀਆ, ਇਹ ਉਹਨਾਂ ਨੂੰ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ, ਕੋਈ ਕੁੱਟਮਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਕਰਕੇ ਕੌਣ ਆਊਗਾ ਹੱਕ 'ਚ? ਇਹ ਤਾਂ ਇਕੱਲੇ ਹੀ ਆਪਣੀ ਸਟੇਜ ਤੇ, ਇੱਕ ਤਾਂ ਇਹ ਵੀ ਗੱਲ ਸੁਣਨ ਵਾਲੀ ਹੈ, ਦੇਖਣ ਵਾਲੀ ਹੈ ਨਾ, ਇਕੱਲੀ ਉਹ ਸਟੇਜ ਸਾਂਭਣ ਨੂੰ ਸਾਰਿਆਂ ਨੂੰ ਦੂਰ ਕਰਤਾ, ਤੇ ਸਾਰਿਆਂ ਨੂੰ ਕੱਲਾ ਕਰਕੇ ਸਰਕਾਰ ਨੇ ਕੁੱਟਿਆ। ਹੁਣ ਕੱਲਿਆਂ ਨੂੰ ਕਰਕੇ ਫੇਲ ਕਰਤਾ। ਇਸ ਕਰਕੇ ਇਹ ਤਾਂ ਸੋਚਣਾ ਪਊਗਾ ਨਾ, ਇਹ ਤਾਂ ਕਿਸਾਨ ਲੀਡਰਾਂ ਨੂੰ ਵੀ ਸੋਚਣਾ ਪਊਗਾ ਵੀ ਕੌਣ MP ਆਇਆ, ਕਿਹੜੀ ਸਟੇਟ ਦਾ MP ਆਇਆ, ਕਿਹੜੀ ਸਟੇਟ ਦਾ MLA ਨਹੀਂ ਆਇਆ। ਤੇ ਜੇ ਇੱਕ ਬਰਾਬਰੀ ਸਾਰਿਆਂ ਨੂੰ ਰੱਖਣਾ ਹੈ ਤੇ ਫਿਰ ਇਸ ਕਰਕੇ ਫਿਰ ਕੌਣ ਆਊਗਾ? ਅਸੀਂ ਤਾਂ ਆਪਣੇ ਖੈਰ ਪੰਜਾਬ ਦੇ ਖਾਤਰ, ਆਪਣੇ ਬੱਚਿਆਂ ਖਾਤਰ ਬੈਠੇ ਆ ਫੁੱਟਪਾਥ ਤੇ। ਅੱਜ 55ਵਾਂ ਦਿਨ ਆ, ਤੇ ਜਿਹੜਾ ਨਹੀਂ ਆਇਆ ਉਹ ਵੀ ਇੱਕ ਬਰਾਬਰ, ਜਿਹੜਾ ਆਇਆ ਉਹ ਵੀ ਇੱਕ ਬਰਾਬਰ ਇਹਨਾਂ ਨੂੰ। ਇਸ ਕਰਕੇ ਇਹਨਾਂ ਤੋਂ ਵੀ ਇਹ ਗਲਤੀਆਂ ਬਹੁਤ ਵੱਡੀਆਂ ਹੋਈਆਂ ਏ। ਕਿਸੇ ਨੇ ਕਿਸੇ ਨੂੰ ਪੁੱਛਿਆ ਨਹੀਂ ਵੀ ਭਾਈ ਤੂੰ ਕਿਉਂ ਨਹੀਂ ਗਿਆ, ਤੂੰ ਕਿਉਂ ਨਹੀਂ ਆਇਆ, ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਆਪਣੇ ਘਰ ਦੇ ਮੂਹਰੇ ਧਰਨਾ ਲਾ ਕੇ ਬੈਠਾ, ਚਾਹੇ ਬਾਹਰ ਨਿਕਲ ਕੇ ਹੀ ਬਹਿੰਦਾ। ਭਗਵੰਤ ਮਾਨ ਕਿਉਂ ਨਹੀਂ ਬੈਠਾ ਅੱਜ ਤੱਕ? ਬਈ ਕੀ ਕਰਦੇ ਆ 8 ਮਹੀਨੇ ਦੇ, 6 ਮਹੀਨੇ ਦੇ ਆਪਣੇ ਘਰਾਂ 'ਚ ਮੌਜ ਨਾ ਪਏ ਨੇ। ਇੱਕ ਵੀ ਕਿਸੇ ਨੇ ਤਕਲੀਫ ਕੱਟੀ, ਪਰ ਕੋਈ ਨਹੀਂ ਪੁੱਛਦਾ ਉਹਨਾਂ ਨੂੰ। ਇਸ ਕਰਕੇ ਕੋਈ ਨਾ ਕੋਈ ਮੀਡੀਆ ਵੀ ਬਹੁਤ ਗੱਲਾਂ ਕਰਦਾ ਏ, ਮੀਡੀਆ ਵੀ ਹਰੇਕ ਦਾ ਜਿਹੜਾ ਏ ਉਹ ਇਮਤਿਹਾਨ ਲੈਂਦਾ ਏ, ਪਰ ਇਸ ਗੱਲ ਤੇ ਮੀਡੀਆ ਵੀ ਚੁੱਪ ਆ। ਵੀ ਉਹ ਪਾਰਟੀਆਂ ਨੂੰ ਪੁੱਛਣ ਤਾਂ ਸਹੀ ਵੀ ਉਹ ਪਾਰਟੀਆਂ ਕਰ ਕੀ ਰਹੀਆਂ ਏ, ਕਿੱਥੇ ਉਹਨਾਂ ਨੇ ਧਰਨਾ ਦਿੱਤਾ ਕਿਸਾਨਾਂ ਖਾਤਰ, ਕੀ ਕੀਤਾ ਕਿਸਾਨਾਂ ਖਾਤਰ। ਕੱਲ੍ਹ ਵੀ ਸਾਰੀਆਂ ਪਾਰਟੀਆਂ ਇਹ ਭੱਜ ਗਈਆਂ ਏ। ਰਾਸ਼ਟਰਪਤੀ ਦੇ ਜਦੋਂ ਸੰਬੋਧਨ ਕਰ ਰਹੇ ਸੀ ਬਾਹਰ ਖੜ ਕੇ ਭੱਜ ਗਏ। ਪਤਾ ਨਹੀਂ ਕੀ ਮੋਦੀ ਤੋਂ ਡਰਦੇ ਆ, ਅਮਿਤ ਸ਼ਾਹ ਤੋਂ ਡਰਦੇ ਆ, ਰੱਬ ਜਾਣਦਾ। ਸਾਰੀਆਂ ਜਿਹੜੀਆਂ ਵਿਪਕਸ਼ੀ ਪਾਰਟੀਆਂ ਨੇ ਉਹਨਾਂ ਨੇ ਵਿਰੋਧ ਜਤਾਇਆ ਸੀ। ਉਹ ਕਹਿੰਦੇ ਕਿ ਅਸੀਂ ਜਿਹੜਾ ਬਾਈਕਾਟ ਕਰਨਾ ਇਸ ਦੇ ਵਿੱਚ ਅਸੀਂ ਹਿੱਸਾ ਨਹੀਂ ਲੈਣਾ।
ਪਰ ਇਸ ਦੇ ਬਾਵਜੂਦ ਜਿਹੜੀ ਬੈਠਕ ਹੋਈ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੜ ਤੋਂ ਗੱਲ ਕਹੀ ਹੈ, ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਕੇਂਦਰ ਸਰਕਾਰ ਦੇ ਨੁਮਾਇੰਦੇ ਗੱਲਬਾਤ ਕਰਨ ਨੂੰ ਤਿਆਰ ਆ, ਪ੍ਰਪੋਜ਼ਲ ਬਣਾ ਕੇ ਦਿੱਤੀ ਹੈ, ਉਹਦੇ ਤੇ ਵਿਚਾਰ ਕਰ ਲੈਣ। ਨਹੀਂ, ਸਾਡੀ ਤਾਂ ਪ੍ਰਪੋਜ਼ਲ ਕੋਈ ਹੈ ਹੀ ਨਹੀਂ, ਅਸੀਂ ਤਾਂ ਬਿੱਲ ਵਾਪਸ ਕਰਨ ਨੂੰ ਕਹਿ ਰਹੇ ਹਾਂ। ਉਹ ਤਾਂ ਉਦਣ ਦੀ ਉਹ ਗੱਲ ਕਰ ਰਹੇ ਆ ਵੀ ਆਹ ਜਿਹੜੀ 2-3 ਗੱਲਾਂ ਨੇ ਉਹ ਤੁਸੀਂ ਕਰ ਲਓ। ਕਿਸਾਨ ਜਥੇਬੰਦੀਆਂ ਨੇ ਜਿਹੜੀ ਗੱਲ ਕਹੀ ਆ ਜਾਂ ਕਿਸਾਨਾਂ ਨੇ ਜਿਹੜੀ ਗੱਲ ਕਹੀ, ਆਪਾਂ ਤਾਂ ਬਿੱਲ ਵਾਪਸ ਕਰਾਉਣ ਦੀ ਗੱਲ ਕਰ ਰਹੇ ਆ। ਆਪਾਂ ਪ੍ਰਪੋਜ਼ਲ ਤੇ ਤਾਂ ਅੱਜ ਤੱਕ ਕਦੇ ਗੱਲ ਹੀ ਨਹੀਂ ਕੀਤੀ, ਤੇ ਉਹ ਵੀ ਉੱਥੇ ਖੜੇ, ਆਪਾਂ ਵੀ ਉੱਥੇ ਖੜੇ ਆ। ਟਸ ਬਸ ਤਾਂ ਅੱਗੇ ਤਾਂ ਕੋਈ ਹੋਇਆ ਵਧੀ ਨਹੀਂ ਰਹੀ ਗੱਲ। ਤੇ ਇਸ ਕਰਕੇ ਹੁਣ ਪਾਰਲੀਮੈਂਟ 'ਚ ਦੇਖਾਂਗੇ ਵੀ ਇਹ ਲੋਕ, ਮੈਂ ਕਹਿ ਰਿਹਾ, ਵੱਧ ਤੋਂ ਵੱਧ ਗਿਣਤੀ 'ਚ ਆ ਕੇ ਬਾਰਡਰਾਂ ਤੇ ਬੈਠਣ। ਕੋਈ ਉਰੇ ਹਿੰਸਾ ਨਹੀਂ ਗੀ, ਕੋਈ ਉਰੇ ਡਰਨ ਦੀ ਗੱਲ ਨਹੀਂ, ਤਕੜੇ ਹੋ ਕੇ ਆ ਜਾਓ, ਕਿਉਂਕਿ ਹੁਣ ਪੰਜਾਬ ਦੀ ਤੇ ਪੱਗ ਦੀ ਜੱਟ ਜ਼ਮੀਨ ਦੀ ਗੱਲ ਆ। ਜੇ ਹੁਣ ਨਾ ਹੈ, ਜੇ ਆਪਾਂ ਇਸ ਵਾਰ ਹਾਰ ਗਏ ਤਾਂ ਮੁੜ ਕੇ ਨਾ ਕਿਸਾਨ ਜਿਹੜਾ 86% ਆ, ਮਜ਼ਦੂਰ ਕਿਸਾਨ ਸਭ ਖਤਮ ਹੋ ਜਾਣਗੇ। ਅੱਜ ਤੋਂ ਬਾਅਦ ਸਾਰਿਆਂ ਦਾ ਕਬਜ਼ਾ ਅਡਾਨੀ ਅਬਾਨੀ ਦਾ ਹੋ ਜੂ, ਤੇ ਸੱਤ ਤੋਂ ਵੱਧ ਕਿਸਾਨਾਂ ਦੇ ਰਸੋਈ ਵਾਲਿਆਂ ਨੇ ਤੜਫਣਾ, ਜਿਨ੍ਹਾਂ ਨੂੰ ਦੁੱਗਣੀ ਤਿੱਗਣੀ। ਅੱਜ ਜਿਹੜਾ ਗਰੀਬ ਆਦਮੀ ਆ ਉਹਨੂੰ ਪੁੱਛੋ ਤਾਂ ਸਹੀ, ਉਹਦੀ ਦਾਲ ਕਿੰਨੀ ਮਹਿੰਗੀ ਹੋਣੀ ਆ, ਆਟਾ ਕਿੰਨਾ ਮਹਿੰਗਾ ਹੋਣਾ, ਨੂਣ ਮਿਰਚ ਮਸਾਲਾ ਕਿੰਨਾ ਮਹਿੰਗਾ ਹੋਣਾ। ਇਹ ਦੁੱਖ ਸਾਰਿਆਂ ਨੂੰ ਝੱਲਣਾ ਪੈਣਾ। ਪਰ ਅੱਜ ਜਿਹੜੇ ਆ ਉਹ ਇਕੱਲੇ ਕਿਸਾਨ ਤਾਂ ਫਿਰ ਬੀਜ ਕੇ ਖਾ ਲੂਗਾ, ਜਿਹੜਾ ਅੱਜ ਮੈਂ ਸੁਣਦਾ ਰੋਜ਼ ਡਿਬੇਟਾਂ ਤੁਹਾਡੇ ਤੇ ਜਿਹੜੇ ਕਰਦੇ ਆ ਉੱਥੇ, ਅੰਨਦਾਤਾ ਕਿਵੇਂ ਕਹਿੰਦੇ ਹੋ, ਕਿਵੇਂ ਆਹ ਕਹਿੰਦੇ ਹੋ, ਕਿਸਾਨ ਫਿਰ ਖਾ ਲੂਗਾ। ਜੇ ਕਿਸਾਨ ਨੇ ਚੀਜ਼ ਜਿਹੜੀ ਆ ਉਹ ਇਹ ਖਰੀਦ ਕੇ ਅਡਾਨੀ ਅਬਾਨੀ ਲੈ ਗਏ, ਫਿਰ ਤੁਹਾਨੂੰ ਪਤਾ ਲੱਗੂ ਵੀ ਕਿਸਾਨ ਕੀ ਆ। ਜਦੋਂ ਇਹ ਤੁਹਾਨੂੰ 500 ਰੁਪਏ ਕਿਲੋ ਉਹੀ ਚੀਜ਼ ਦੇਣਗੇ ਜਿਹੜੀ ਅੱਜ 5 ਰੁਪਏ ਆ। ਬੀਜੇਪੀ ਲੀਡਰਾਂ ਦਾ ਵਿਰੋਧ ਵੀ ਹੋ ਰਿਹਾ, ਪਰ ਬੀਜੇਪੀ ਦੇ ਜਿਹੜੇ ਲੀਡਰ ਹੈ ਉਹ ਕਹਿ ਰਹੇ ਆ ਕਿ ਇਸ ਦਾ ਸਿਆਸੀਕਰਨ ਕੀਤਾ ਜਾ ਰਿਹਾ। ਬੇਸ਼ੱਕ ਜਿਹੜੇ 2 ਜਥੇਬੰਦੀਆਂ ਕਹਿੰਦੇ ਕਿਸਾਨ ਆਗੂਆਂ ਦੀਆਂ ਹੈਗੀਆਂ ਨੇ, ਉਹ ਇਹਨਾਂ ਤੋਂ ਵੱਖ ਹੋ ਗਈਆਂ ਨੇ। ਉਹ ਤਾਂ ਚਲੋ ਪਹਿਲਾਂ ਹੀ ਜਿਹੜੀਆਂ 2 ਤਾਂ ਵੱਖ ਸੀਗੀਆਂ। ਜਿਹੜੀ ਅੱਛਾ ਯੂਪੀ ਦੀ ਤੁਸੀਂ ਗੱਲ ਕਰਦੇ ਹੋ, ਮੁੜਿਆ ਏ ਕੱਲ੍ਹ ਇੱਕ ਜਿਹੜੀ ਵੱਡੀ ਇੱਕ ਯੂਨੀਅਨ ਸੀ, ਉਹ ਕੋਈ ਮੁੜਿਆ ਹੀ, ਇੱਕ ਕੋਈ ਕਿਸਾਨ ਯੂਨੀਅਨ ਬਾਨੂ ਆ ਜਿਹੜੀ, ਉਹ ਪਤਾ ਨਹੀਂ, ਮੈਂ ਤਾਂ ਕਦੇ ਸੁਣੀ ਨਹੀਂ। ਜਿਹੜੀ ਉਹ ਕਹਿੰਦੇ ਆ ਆਪਣੀਆਂ ਤਾਂ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਹਰਿਆਣੇ ਦੀਆਂ ਉਹ ਸਾਰੀਆਂ ਹੀ ਇਕੱਠੀਆਂ ਏ। ਪਰ ਗੱਲ ਇਹ ਨਹੀਂ ਗੀ, ਗੱਲ ਇਹ ਆ ਵੀ ਬੀਜੇਪੀ ਵਾਲਿਆਂ ਨੂੰ ਵੀ, ਪੰਜਾਬ ਦਿਆਂ ਨੂੰ ਤਾਂ ਮੈਂ ਬਾਰ-ਬਾਰ ਕਹਿ ਕੇ ਥੱਕ ਗਿਆ ਵੀ ਤੁਸੀਂ ਤਾਂ ਪੰਜਾਬ ਨਾਲ ਖੜੋ। ਤੁਸੀਂ ਕਿਉਂ ਹੁਣ ਮੈਂ ਕੱਲ ਬਾਈਕਾਟ ਸੀਗਾ ਸਾਰੀ ਪਾਰਟੀਆਂ ਦਾ। ਮੈਂ ਕਿਹਾ ਮੈਂ ਤਾਂ ਜਾ ਕੇ ਬੋਲੂੰਗਾ ਅੰਦਰ, ਭਾਈ ਮੈਨੂੰ ਸਭ ਤੋਂ ਪਹਿਲਾਂ ਆਪਣੀ ਜ਼ਮੀਨ ਆ, ਉਹ ਮਾਂ ਏ, ਪਾਰਟੀ ਵੀ ਮਾਂ ਏ, ਪਰ ਉਹ ਬਾਅਦ 'ਚ। ਤੇ ਇਸ ਕਰਕੇ ਬੀਜੇਪੀ ਵਾਲੇ ਪੰਜਾਬ ਦਿਆਂ ਨੂੰ ਪਹਿਲਾਂ ਬੀਜੇਪੀ ਵਾਲਿਆਂ ਨੂੰ ਪੰਜਾਬ ਦਾ ਸੋਚਣਾ ਚਾਹੀਦਾ। ਉਹਨਾਂ ਨੂੰ ਛੱਡ ਕੇ ਕਿਸਾਨਾਂ ਦੇ ਹੱਕ 'ਚ ਬਿਆਨ ਦੇਣੇ ਚਾਹੀਦੇ ਆ ਵੀ ਅਸੀਂ ਤਾਂ ਭਾਈ ਪੰਜਾਬ ਦੇ ਨਾਲ ਆ, ਪੰਜਾਬ ਦੇ ਕਿਸਾਨ ਤੇ ਮਜ਼ਦੂਰ ਨਾਲ ਆ। ਇਸ ਗੱਲ ਦਾ ਪਤਾ ਨਹੀਂ ਕਿਉਂ ਉਹ ਫੈਸਲਾ ਨਹੀਂ ਕਰਦੇ। ਹੁਣ ਮੇਰੇ ਜਿੰਨੀ ਤਾਂ ਕਿਸੇ ਨਾਲ ਮੈਂ ਸਮਝਦਾ ਇਦੋਂ ਵੱਧ, ਜੇ ਮੈਂ 60-55 ਦਿਨਾਂ ਬਾਅਦ ਫਿਰ ਮੇਰੇ ਨਾਲ ਕੁੱਟਮਾਰ ਹੁੰਦੀ ਆ ਜਾਂ ਸਾਨੂੰ ਸਿਆਸੀ ਗੱਲ ਕਹੀ ਜਾਂਦੀ ਆ ਵੀ ਇਹ ਤਾਂ ਪੋਲੀਟੀਕਲ ਸਟੰਟ ਨੇ, ਤਾਂ ਫਿਰ ਵੀ ਅਸੀਂ ਬੈਠੇ ਆ ਨਾ, ਖੜੇ ਆ ਨਾ, ਕਿਉਂਕਿ ਸਾਨੂੰ ਪਤਾ ਹੈ ਜਿਹੜੀਆਂ ਸਾਡੀਆਂ ਪੀੜ੍ਹੀਆਂ ਅਗਲੀਆਂ ਉਹ ਸਾਨੂੰ ਕੀ ਕਹਿਣਗੀਆਂ ਜੇ ਉਹਨਾਂ ਨੂੰ ਅਸੀਂ ਜ਼ਮੀਨ ਤੇ ਫਸਲ ਉਹਨਾਂ ਦੀ ਅਡਾਨੀ ਅਬਾਨੀ ਨੂੰ ਦੇ ਕੇ ਨਿਕਲ ਗਏ, ਤੇ ਫਿਰ ਅਸੀਂ ਜਿਹੜਾ ਸਾਡਾ ਸ਼ਾਨਾ ਮੱਤਾ ਇਤਿਹਾਸ ਆ ਐਡਾ, ਉਹ ਕਿੱਥੇ ਜਾਊਗਾ? ਤਾਂ ਕੁਚਲ ਕੇ ਰੱਖ ਦੇਣਗੇ ਸਾਨੂੰ। ਬਿੱਟੂ ਜੀ, ਲਾਸਟ ਕੀ ਦੇਖਦੇ ਹੋ ਤੁਸੀਂ, ਕਿਉਂਕਿ ਤੁਸੀਂ ਲਗਾਤਾਰ ਐਜੀਟੇਸ਼ਨ ਕਰ ਰਹੇ ਹੋ, ਹਰਿਆਣਾ ਦੇ ਵੀ ਤੁਹਾਡੇ ਕਾਂਗਰਸ ਦੇ ਨੁਮਾਇੰਦੇ ਆ, ਤੁਹਾਡੇ ਨਾਲ ਇੱਥੇ ਹਿੱਸਾ ਲੈਣ ਦੇਖਿਆ ਨਹੀਂ ਕਿ ਤੁਸੀਂ ਪੰਜਾਬ ਦੇ ਮੋਹਰੀ ਹੋ ਕੇ ਤੁਸੀਂ MPs MLA ਇੱਥੇ ਬੈਠੇ ਹੋਏ ਹੋ, ਹੋਰ ਵੀ ਵੱਖ-ਵੱਖ ਸਟੇਟਾਂ ਦੇ ਆ, ਕੀ ਲੱਗਦਾ ਤੁਹਾਨੂੰ ਉਹਨਾਂ ਨਾਲ ਤਾਲਮੇਲ ਕੋਈ ਬਣ ਪਾ ਰਿਹਾ ਕਿ ਮੋਦੀ ਸਰਕਾਰ ਦੇ ਖਿਲਾਫ? ਤੁਸੀਂ ਇਹ ਬਹੁਤ ਇੰਪੋਰਟੈਂਟ ਗੱਲ ਕੀਤੀ ਆ। ਮੈਂ ਅੱਜ ਇਹ ਬੇਨਤੀ ਕੀਤੀ ਆ ਬਈ ਸਾਰੇ ਪਹਿਲਾਂ ਤਾਂ 13 MP ਆ ਪੰਜਾਬ ਦੇ, ਉਹ 'ਚੋਂ ਸਨੀ ਦਿਓਲ ਨੂੰ ਕੱਢ ਦਿਓ, ਇੱਕ RSS ਦਾ ਜਿਹਦਾ ਇਹ ਬੰਦਾ ਉਰੇ ਹਮਲਾ ਕਰਕੇ ਗਿਆ, ਉਹਦੀ ਗੱਲ ਛੱਡੋ ਨਾ, ਉਹ ਪੰਜਾਬ ਇੱਕ ਸੋਮ ਪ੍ਰਕਾਸ਼ ਜੀ ਮੰਤਰੀ ਆ, ਉਹਨਾਂ ਦੀ ਗੱਲ ਛੱਡ ਦਿਓ। ਬਾਕੀ 11 MP ਸਭ ਪਾਰਟੀਆਂ ਭੁੱਲ ਕੇ ਉਹ ਪੰਜਾਬ ਜਾ ਕੇ ਦੇਖ ਲਾਂਗੇ ਕਿਹਨੇ ਸਿਆਸਤ ਕਰਨੀ ਆ। ਮਾੜੇ ਕੰਮ ਬਹੁਤ ਕੀਤੇ ਇਹਨਾਂ ਨੇ ਕਰ, ਪਰ ਇਹ ਪਹਿਲਾਂ ਹੀ ਛੋਟੇ ਆ। 11 ਇਕੱਠੇ ਹੋ ਕੇ ਸਾਨੂੰ ਕੋਈ ਫਰਕ ਨਹੀਂ, ਮੈਂ ਚਾਹੇ ਭਗਵੰਤ ਮਾਨ ਸੱਦ ਲਏ, ਸੁਖਬੀਰ ਬਾਦਲ ਸੱਦ ਲਏ, ਚਾਹੇ ਕਿਸੇ ਅਲੱਗ ਪ੍ਰੋਗਰਾਮ ਸਾਂਝੀ ਜਗ੍ਹਾ ਤੇ ਰੱਖ ਕੇ ਸਾਰੇ 11 MP ਇਕੱਠੇ ਹੋ ਕੇ, ਉਦੋਂ ਬਾਅਦ 176 MP ਨੇ ਜਿਨ੍ਹਾਂ ਨੇ ਆਪਣਾ ਕਿੱਤਾ ਕਿਸਾਨ ਲਿਖਿਆ ਹੋਇਆ, ਫਾਰਮਰ ਲਿਖਿਆ, 176 ਸਾਰੀਆਂ ਪਾਰਟੀਆਂ ਦੇ 11 ਇਕੱਠੇ ਹੋ ਕੇ 176 ਨੂੰ ਜਗਾਈਏ ਵੀ ਭਾਈ ਤੁਸੀਂ ਤਾਂ ਕਿਸਾਨ ਹੋ, ਤੇ ਉਹਨਾਂ ਦੇ ਲੋਕਾਂ ਦੇ ਕੌਂਸਟੀਟਿਊਂਸੀ ਦੇ ਉਹਨਾਂ ਦੇ ਲੋਕਾਂ ਨੂੰ ਕਹੀਏ ਭਾਈ ਇਹਨਾਂ ਨੂੰ ਜਗਾਓ, ਇਹਨਾਂ ਨੂੰ ਆਪਣੇ ਹਲਕੇ 'ਚ ਵੜਨਾ ਬੰਦ ਕਰੋ। ਜਦੋਂ ਇਹ ਕਿਸਾਨ ਕਹਿੰਦੇ ਆ ਤੇ ਜਿਹੜੀ ਕਿਸਾਨ ਗੱਲ ਕਰਨਾ ਚਾਹੁੰਦਾ ਉਹਦੇ ਨਾਲ ਖੜੇ ਹੋ। ਤੇ ਮੈਨੂੰ ਉਮੀਦ ਆ ਅਸੀਂ ਜੇ 11 MP ਇਕੱਠੇ ਹੋ ਕੇ ਪੰਜਾਬ ਦੇ ਸਭ ਗੱਲਾਂ ਭੁੱਲ ਕੇ, ਕਿਉਂਕਿ ਲੋਕਾਂ ਨੇ ਤਾਕਤ ਤਾਂ ਸਭ ਨੂੰ ਹੀ ਦਿੱਤੀ ਆ, ਮੇਰੇ ਕਹਿਣ ਤੇ ਤਾਂ ਕੁਛ ਨਹੀਂ ਹੋਣਾ। ਸੁਖਬੀਰ ਬਾਦਲ ਨੂੰ MP ਚੁਣ ਕੇ ਭੇਜਿਆ, ਪੰਜਾਬ ਵਾਲਿਆਂ ਨੇ ਭੇਜਿਆ, ਭਗਵੰਤ ਮਾਨ ਨੂੰ ਭੇਜਿਆ, ਪੰਜਾਬ ਵਾਲਿਆਂ ਨੇ ਭੇਜਿਆ ਏ। ਇਸ ਕਰਕੇ ਹੁਣ ਸਾਨੂੰ ਇਹ ਲੜਾਈ
ਇਕੱਠੇ ਹੋ ਕੇ ਅੰਦਰ ਲੜਨੀ ਪਊ ਤੇ 176 ਨੂੰ ਇਕੱਠੇ ਕਰਨਾ ਪਊ ਜਿਹੜੇ ਕਿਸਾਨ ਨੇ, ਫੇਰ ਜਾ ਕੇ ਇਹ ਸਰਕਾਰ ਆ ਜਿਹੜੀ ਇਹਦੇ ਨਾਲ ਮੱਥਾ ਲਿਆ ਜਾ ਸਕਦਾ। ਨਹੀਂ ਇਹਨਾਂ ਦੀ ਇੰਨੀ ਵੱਡੀ ਮੈਜੋਰਿਟੀ ਆ, ਇਹ ਬਿਲਕੁਲ ਨਾਦਰਸ਼ਾਹੀ ਤਾਨਾਸ਼ਾਹੀ ਫੈਸਲੇ ਕਰਦੇ ਆ, ਪਰ ਉਹਨਾਂ ਨੂੰ ਝੁਕਾਉਣ ਲਈ ਬਾਹਰਲੇ ਪਾਸੇ ਤੁਸੀਂ ਬੈਠੇ ਰਹੋ ਐਂ ਬਾਰਡਰਾਂ 'ਤੇ, ਅੰਦਰ ਅਸੀਂ ਲੜਾਂਗੇ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਜੇ ਇਸੇ ਤਰੀਕੇ ਨਾਲ ਆਪਾਂ ਚੱਲਦੇ ਰਹੇ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਸਿੱਟ ਲਾਂਗੇ ਇਹਨਾਂ ਨੂੰ। ਇਸ ਗੱਲ ਤੇ ਜਿੱਤ ਆ ਜਿਹੜੀ ਆਪਣੀ ਹੋ ਕੇ ਜਾਊਗੀ। ਨਹੀਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੇ ਮਾफ़ ਨਹੀਂ ਕਰਨਾ ਜੇ ਇਸ ਵਾਰ ਸਾਤੋਂ ਕਮੀ ਰਹਿ ਗਈ ਜਾਂ ਸਾਡੀ ਪਿੱਠ ਲੱਗ ਗਈ। ਇਸ ਕਰਕੇ ਉਹ ਚੀਜ਼ ਤਾਂ ਅਸੀਂ ਸੋਚ ਵੀ ਨਹੀਂ ਸਕਦੇ। ਹਾਰ ਇੱਕੋ ਹੀ ਕੰਮ ਆ ਜਿਹੜਾ ਜਿੱਤ ਕੇ ਜਾਣਾ, ਜਿੱਤ ਕੇ ਸ਼ਾਂਤਮਈ ਤਰੀਕੇ ਨਾਲ। ਆਹ ਕੰਮ ਨਾ ਕਰੋ ਜਿਹੜਾ ਵਾਇਲੈਂਟ ਕਿਰਪਾਨਾਂ, ਇਹ ਕਿਹੜੇ ਕਿਸਾਨ ਨੂੰ, ਕਿਹੜੀਆਂ ਕਿਰਪਾਨਾਂ, ਬੰਦੂਕਾਂ, ਅਸਲੇ ਹੋਰ ਇਹ ਚੱਕੀ ਫਿਰਦੇ ਹੋ, ਇਹਦੀ ਕੋਈ ਜਗ੍ਹਾ ਨਹੀਂ। ਇਹਨਾਂ ਨੂੰ ਸਭ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਉਰਿਓਂ ਭਜਾ ਦਿਓ, ਉਹਨਾਂ ਨੂੰ ਵਾਪਸ ਕਰ ਦਿਓ ਵੀ ਸਾਨੂੰ ਲੋੜ ਨਹੀਂ ਤੁਹਾਡੇ ਦੀ, ਅਸੀਂ ਆਪਣੇ ਆਪ ਜਿੱਤਾਂਗੇ। ਇੱਕ ਗਾਂਧੀ ਦੀ ਗੱਲ ਕਰਦੇ ਆ, ਗਾਂਧੀ ਇੱਕ ਡੰਡਾ ਫਿਰ ਕੇ ਸਾਰੇ ਪੰਜਾਬ, ਸਾਰੇ ਦੇਸ਼ ਦੇ ਵਿੱਚ ਯਾਤਰਾ ਕਰਕੇ ਸ਼ਾਂਤੀ ਵੀ ਦੇਸ਼ ਆਜ਼ਾਦ ਕਰਾ ਗਿਆ। ਤੇ ਇਸ ਕਰਕੇ ਜਿਹੜਾ ਵੀ ਕਿਤੇ ਗੋਲੀ ਨਾਲ, ਹਥਿਆਰਾਂ ਨਾਲ ਜੰਗ ਨਹੀਂ ਜਿੱਤੀ ਜਾਂਦੀ ਕਦੇ। ਇੱਕ ਦੇ ਨਾਲ ਸਾਲਾ ਲੁਧਿਆਣੇ ਤੋਂ ਤੁਸੀਂ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਅੱਜ ਬੀਜੇਪੀ ਦੇ ਜਿਹੜੇ ਉਹਨਾਂ ਦੇ ਵੱਲੋਂ ਮਾਰਚ ਕੱਢਿਆ ਜਾਣਾ ਸੀਗਾ, ਵਪਾਰੀ ਵਰਗ ਨੇ ਉਹਨਾਂ ਦਾ ਵਿਰੋਧ ਜਤਾਇਆ। ਉਹ ਕਹਿੰਦੇ ਪਹਿਲਾਂ ਕਾਲੇ ਕਾਨੂੰਨ ਰੱਦ ਕਰੋ ਫਿਰ ਤੁਸੀਂ ਰੈਲੀ ਕੱਢਣ ਦੇ ਹੱਕਦਾਰ ਹੋ। ਕੌਣ ਕੱਢ ਰਿਹਾ ਸੀ ਅੱਜ? ਬੀਜੇਪੀ ਵਾਲੇ ਜੀ। ਉਹ ਕਦ ਲਈ ਕੱਢ ਰਹੇ ਸੀ? ਅੱਜ ਮਾਰਚ ਕਰ ਰਹੇ ਸੀਗੇ। ਨਹੀਂ ਦੇਖੋ, ਮੈਂ ਆਹ ਗੱਲ ਤੁਸੀਂ ਵੀ ਇੰਪੋਰਟੈਂਟ ਪੁੱਛੀ। ਮੈਂ ਪਾਰਲੀਮੈਂਟ 'ਚ ਇਹ ਗੱਲ ਕਹੀ ਰਾਸ਼ਟਰਪਤੀ ਦੇ ਮੂਹਰੇ, ਪ੍ਰਧਾਨ ਮੰਤਰੀ ਦੇ, ਵੀ ਸਾਨੂੰ ਸਭ ਤੋਂ ਪਹਿਲਾਂ ਤਿਰੰਗਾ ਏ, ਦੇਸ਼ ਤੋਂ ਵੱਡਾ ਕੋਈ ਚੀਜ਼ ਨਹੀਂ ਗੀ। ਤੇ ਇਹ ਤਾਂ ਭੇੜੀਏ ਸੀਗੇ ਜਿਹੜੇ ਇਹ ਸਰਦਾਰਾਂ ਦੇ ਰੂਪ 'ਚ, ਇਹ 'ਚ ਕਾਫਰ ਸੀ, ਇਹ ਸਰਦਾਰ ਥੋੜ੍ਹੀ ਸੀ। ਇਹ ਤਾਂ ਪੱਗਾਂ ਬਣਾ ਕੇ RSS ਨੇ ਜਾਂ ਹੋਰਾਂ ਨੇ ਇਹਨਾਂ ਤੋਂ ਇਹ ਕੰਮ ਕਰਵਾਇਆ। ਇਸ ਕਰਕੇ ਆਪਣੀ ਬਾਰਡਰ ਸਟੇਟ ਆ, ਤੁਹਾਨੂੰ ਪਤਾ ਏ ਜੇ ਆਪਾਂ ਦੇਸ਼ ਨੂੰ ਬਚਾਉਂਦੇ ਆ, ਬਾਰਡਰ ਤੇ ਪੰਜਾਬੀ ਬਚਾਉਂਦੇ ਆ, ਤਾਂ ਹੀ ਦੇਸ਼ ਦੇ ਲੋਕ ਨੀਂਦ ਸੌਂ ਸਕਦੇ ਆ ਸੁੱਖ ਦੀ। ਤੇ ਆਪਾਂ ਢਿੱਡ ਵੀ ਪੰਜਾਬ ਵਾਲੇ ਭਰਦੇ ਆ ਸਾਰੇ ਦੇਸ਼ ਦਾ, ਅਸੀਂ ਕਿਵੇਂ ਤਿਰੰਗੇ ਦੇ ਖਿਲਾਫ ਹੋ ਸਕਦੇ ਆ ਜੀ? ਤੇ ਦੇਸ਼ ਦਾ ਝੰਡਾ ਲਹਿਰਾਉਣ ਵਾਲੇ, ਜਿਹੜੀਆਂ ਆਪਣੀਆਂ ਛਾਤੀਆਂ ਦੇ ਉੱਤੇ ਗੋਲੀਆਂ ਖਾ ਕੇ ਲਹਿਰਾਉਣ ਵਾਲੇ ਆਪਾਂ ਇਸ ਕਰਕੇ ਸਾਨੂੰ ਨਾ ਇਹ ਸਿਖਾਉਣ ਤਿਰੰਗੇ ਪ੍ਰਤੀ ਵੀ ਕੀ ਆ ਕੀ ਨਹੀਂ। ਆਪ ਇਹ ਆਪਣੀ ਗਲਤੀ ਜਿਹੜੀ ਅਡਾਨੀ ਤੋਂ ਵਿਕੇ ਹੋਏ ਹੋ ਤੁਸੀਂ, ਉਹ ਤੁਸੀਂ ਵਿਕੇ ਹੋਏ ਹੋ। RSS BJP ਵਾਲੇ, ਅਸੀਂ ਤਿਰੰਗੇ ਨਾਲ ਖੜੇ ਆ। ਤੇ ਤਿਰੰਗੇ ਨੂੰ ਜੇ ਕੋਈ ਆਂਚ ਪਹੁੰਚਾਉਣ ਦੀ ਕੋਸ਼ਿਸ਼ ਕਰੂ, ਅਸੀਂ ਪਹਿਲਾਂ ਉਹਦੇ ਨਾਲ ਅਸੀਂ ਟੱਕਰਾਂਗੇ, ਤੁਸੀਂ ਤਾਂ ਬਾਅਦ ਦੀ ਗੱਲ ਕਰਾਂਗੇ ਜੇ ਤੁਸੀਂ ਹੈ ਜਾਂ ਨਹੀਂ ਹੈਗੇ। RSS ਨੇ ਕਿੰਨੇ ਸਾਲਾਂ ਬਾਅਦ, ਉਹਨਾਂ ਨੂੰ ਪੁੱਛਿਓ ਜਰਾ ਵੀ RSS ਨੇ ਜਦੋਂ ਬਣੀ ਸੀ ਉਦੋਂ ਕਿੰਨੇ ਸਾਲਾਂ ਬਾਅਦ ਤਿਰੰਗਾ ਝੰਡਾ ਚੜਾਇਆ ਸੀ। ਇਹ RSS ਵਾਲਿਆਂ ਨੂੰ ਜ਼ਰੂਰ ਜਾ ਕੇ ਸਵਾਲ ਪੁੱਛਿਓ ਵੀ ਤੁਸੀਂ ਤਾਂ ਆਪ ਤਿਰੰਗਾ ਝੰਡਾ ਜਿਹੜਾ ਉਹ ਲਾਉਂਦੇ ਨਹੀਂ ਸੀ। ਕੀ ਦੇਖਦੇ ਹੋ ਕਿਸਾਨ ਜਿਹੜੇ ਆ ਉਹ ਸਿਆਸੀ ਬੰਦਿਆਂ ਨੂੰ ਸਟੇਜ ਤੇ ਆਉਣ ਨਹੀਂ ਦੇ ਰਹੇ, ਤੇ ਆਉਣ ਵਾਲਾ ਸਿਆਸੀ ਕਰਨ ਦਾ ਭਵਿੱਖ ਕੀ ਦੇਖਦੇ ਹੋ ਜਿਸ ਤਰੀਕੇ ਨਾਲ ਸਥਿਤੀ ਬਣੀ ਹੈ? ਦੇਖੋ, ਤਾਂ ਪਾਰਟੀਆਂ ਉੱਥੇ ਹੀ ਰਹਿੰਦੀਆਂ ਏ, ਸਿਆਸਤ ਉੱਥੇ ਹੀ ਰਹਿੰਦੀ ਆ। ਜਦੋਂ ਫੈਡਰਲ ਆਪਣੇ ਡੈਮੋਕ੍ਰੈਟਿਕ ਢਾਂਚੇ 'ਚ ਸਰਕਾਰ, ਤਾਂ ਜਿਹੜੀਆਂ ਸਰਕਾਰਾਂ ਜਿਹਨੇ ਫੈਸਲਾ ਕਰਨਾ ਏ ਉਹ ਤਾਂ ਸਿਆਸੀ ਪਾਰਟੀਆਂ ਨਹੀਂ ਬਣਨਾ ਏ। ਇਹ ਆਪਾਂ ਜੇ ਕੋਈ ਗਲਤਫਹਿਮੀ 'ਚ ਰਹੀਏ, ਇਹ ਤਾਂ ਫਿਰ ਬਹੁਤ, ਇਹ ਮੈਂ ਸਮਝਦਾ ਬੇਵਕੂਫੀ ਆ। ਜਿੰਨਾ ਚਿਰ ਸਿਆਸੀ ਪਾਰਟੀਆਂ ਨੂੰ ਕਿਸੇ ਨੂੰ ਵੀ ਨਾਲ ਨਹੀਂ ਲਾਉਂਗੇ, ਉਹਨਾਂ ਚਿਰ ਕਦੇ ਵੀ ਕੋਈ ਚੀਜ਼ ਦਾ ਮਸਲਾ ਹੱਲ ਨਹੀਂ ਹੁੰਦਾ। ਕਿਉਂਕਿ ਵਿਧਾਨ ਸਭਾ ਚਾਹੇ ਕਾਰਪੋਰੇਸ਼ਨ ਆ, ਚਾਹੇ ਪੰਚਾਇਤ ਆ, ਉਹ ਤਾਂ ਸਿਆਸੀ ਬੰਦਿਆਂ ਨਹੀਂ ਬਣਨਾ ਨਾ, ਤੇ ਫੈਸਲਾ ਉਹਨਾਂ ਦੇ ਹੱਥ ਆ। ਆਪਣੇ ਲੋਕਤੰਤਰ ਡੈਮੋਕ੍ਰੇਸੀ ਜਿਹੜੀ ਬਾਬਾ ਸਾਹਿਬ ਅੰਬੇਦਕਰ ਲਿਖ ਕੇ ਗਏ ਨੇ, ਉਹ ਤਾਂ ਪਾਰਲੀਮੈਂਟ ਤੇ ਵਿਧਾਨ ਸਭਾ ਨੇ ਫੈਸਲਾ ਕਰਨਾ। ਤੇ ਇਸ ਕਰਕੇ ਉਹ ਤੋਂ ਪਰੇ ਜਾ ਕੇ, ਉਹਨਾਂ ਤੋਂ ਲੀਡਰਾਂ ਤੋਂ ਪਰੇ ਜਾ ਕੇ ਕੋਈ ਕਦੇ ਕੁਝ ਪ੍ਰਾਪਤ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਕੋਈ ਮਾੜਾ ਸਮਝੇ, ਚੰਗਾ ਸਮਝੇ, ਉਹ ਗਲਤੀ ਇਹਨਾਂ ਤੋਂ ਇਹ ਹੋਈ ਕਿਉਂਕਿ ਇਹ ਆਪਣੀ ਜ਼ਮੀਨ ਸਿਆਸੀ ਲੱਭਣ ਲੱਗ ਗਏ, ਤਾਂ ਇਹਨਾਂ ਨੇ ਸਾਰੇ ਪਤੇ ਕਰ ਲਏ। ਪਰ ਹੁਣ ਸਬਕ ਮਿਲ ਗਿਆ, ਸਭ ਕੁਝ ਠੀਕ ਹੋਊਗਾ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਇੱਥੇ ਧਰਨੇ ਦੇ ਉੱਤੇ ਡਟੇ ਹੋਏ ਨੇ। ਸੋ ਸਾਫ਼ ਤੌਰ ਤੇ ਉਹਨਾਂ ਨੇ ਜਿਨ੍ਹਾਂ ਵੀ ਅਨਸਰਾਂ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ 26 ਜਨਵਰੀ ਨੂੰ ਲੈ ਕੇ, ਉਸ ਦੀ ਨਿੰਦਾ ਵੀ ਕੀਤੀ ਹੈ, ਔਰ ਨਾਲ ਹੀ ਮੋਦੀ ਸਰਕਾਰ ਨੂੰ ਇਹ ਵੀ ਚਤਾਇਆ ਹੈ ਕਿ ਇਹ ਜਿਹੜੇ ਕਾਲੇ ਕਾਨੂੰਨ ਹੈ, ਜਿਹੜੇ ਬਿੱਲ ਪਾਸ ਕੀਤੇ ਗਏ ਹੈ ਕਿਸਾਨਾਂ ਦੇ ਖਿਲਾਫ, ਇਸ ਨੂੰ ਰੱਦ ਕੀਤਾ ਜਾਵੇ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।